Hi everyone, my name is Pawan and I am a lecturer of Satyam College of Polytechnic, Nakodar. So in this lecture we will discuss about the types of shallow foundations. Let's see. So we have 5 types of shallow foundation. First one is spread or isolated or pad footing. Then strip footing, combined footing, cantilever or strap footing. Then mat or raft footing. So we will discuss one by one. First of all, spread or isolated or pad footing. The spread footing is used to support a column and a wall and also transmit and distribute the load coming on the structure to the soil below it. ਸਪਰੈਡ ਫੁਟਿੰਗ ਇੱਕ ਇੱਦਾਂ ਦੀ ਫੁਟਿੰਗ ਆ ਜਿਹਦੇ ਵਿੱਚ ਇੱਕ ਫੁਟਿੰਗ ਕਾਲਮ ਨੂੰ ਜਾਂ ਇੱਕ ਵਾਲ ਨੂੰ ਸਪੋਰਟ ਕਰਦੀ ਹੈ ਅਤੇ ਉਹਦੇ ਲੋਡ ਨੂੰ ਨੀਚੇ ਸੋਇਲ ਦੇ ਵਿੱਚ ਟਰਾਂਸਮਿਟ ਕਰਦੀ ਹੈ। ਠੀਕ ਹੈ, ਸੋ ਆਪਣੇ ਕੋਲ ਇੱਕ ਇਮੇਜ ਆ ਜਿਹਦੇ ਵਿੱਚ ਸ਼ੋ ਕੀਤਾ ਹੋਇਆ ਹੈ ਆਪਣੇ ਕੋਲ ਆ ਕਾਲਮ ਆ, ਦੈਨ ਇਹਦੀ ਫੁਟਿੰਗ ਹੈ। ਠੀਕ ਹੈ, ਅਤੇ ਨਾਲ ਉਹਨਾਂ ਨੇ ਦੱਸਿਆ ਹੋਇਆ ਆ ਵੀ ਸਪਰੈਡ ਫੁਟਿੰਗ ਕੀ ਕਹਿੰਦੇ ਆ। ਦੈਨ ਨੈਕਸਟ ਵਨ, ਸਟ੍ਰਿਪ ਫੁਟਿੰਗ. Strip footings are used to distribute loads of structural or non-structural load bearing walls on the ground. Strip footing ਮੇਨ ਇਸ ਕਰਕੇ ਕੰਸਟਰਕਟ ਕੀਤੀ ਜਾਂਦੀ ਹੈ ਤਾਂ ਕਿ ਜਿਹੜੀਆਂ ਵਾਲਸ ਆ ਉਹਨਾਂ ਨੂੰ ਸਪੋਰਟ ਕਰ ਸਕੀਏ, ਉਹਨਾਂ ਦੇ ਲੋਡ ਨੂੰ ਟਰਾਂਸਮਿਟ ਕਰ ਸਕੀਏ ਧਰਤੀ ਦੇ ਵਿੱਚ। ਠੀਕ ਹੈ, ਸੋ ਇਹਦੀ ਵੀ ਇਮੇਜ ਸ਼ੋ ਕੀਤੀ ਹੋਈ ਹੈ। ਠੀਕ ਹੈ, ਆਪਣੇ ਕੋਲ ਸਟ੍ਰਿਪ ਫੁਟਿੰਗ ਆ ਨੀਚੇ ਤੋਂ ਉੱਪਰ ਵਾਲ ਕੰਸਟਰਕਟ ਕੀਤੀ ਹੋਈ ਆ। ਠੀਕ ਹੈ, ਇਹ ਵਾਲ ਦੇ ਲੋਡ ਨੂੰ ਕੈਰੀ ਕਰਦੀ ਹੈ ਅਤੇ ਧਰਤੀ ਵਿੱਚ ਟਰਾਂਸਮਿਟ ਕਰਦੀ ਹੈ। ਦੈਨ ਨੈਕਸਟ ਵਨ, ਕੰਬਾਈਨਡ ਫੁਟਿੰਗ. A combined footing is required when two columns are close to each other and their individual footings overlap, and this footing supports two columns and it may be trapezoidal or rectangular. Combined footing ਇੱਕ ਇੱਦਾਂ ਦੀ ਫੁਟਿੰਗ ਹੈ ਜਿਹਦੇ ਵਿੱਚ ਦੋ ਕਾਲਮਸ ਦੀਆਂ ਫੁਟਿੰਗ ਨੂੰ ਜੁਆਇਨ ਕਰਕੇ ਇੱਕ ਫੁਟਿੰਗ ਬਣਾਈ ਜਾਂਦੀ ਹੈ। ਜਦੋਂ ਦੋ ਕਾਲਮ ਨੇੜੇ ਨੇੜੇ ਹੋਣ ਤਾਂ ਉਹਨਾਂ ਦੀ ਇੰਡੀਵਿਜੂਅਲ ਫੁਟਿੰਗ ਜਿਹੜੀ ਆ ਓਵਰਲੈਪ ਕਰੇ ਤਾਂ ਉਦੋਂ ਕੰਬਾਈਨ ਫੁਟਿੰਗ ਬਣਾਈ ਜਾਂਦੀ ਹੈ। ਠੀਕ ਹੈ, ਇਹ ਕੰਬਾਈਨ ਫੁਟਿੰਗ ਜ਼ਿਆਦਾ ਟ੍ਰੈਪੇਜ਼ੋਇਡਲ ਹੁੰਦੀ ਹੈ ਜਾਂ ਤਾਂ ਰੈਕਟੈਂਗੂਲਰ ਹੁੰਦੀ ਹੈ। ਠੀਕ ਹੈ, ਇਮੇਜ ਤੋਂ ਤੁਹਾਨੂੰ ਜ਼ਿਆਦਾ ਸ਼ੋ ਹੋ ਜਾਏਗਾ। ਠੀਕ ਹੈ, ਆਹ ਦੇਖੋ ਦੋ ਕਾਲਮਸ ਆ। ਠੀਕ ਹੈ, ਨੀਚੇ ਉਹਦੀ ਫੁਟਿੰਗ ਆ। ਸੋ ਇਹ ਕਾਲਮ ਇੰਨੇ ਨਜ਼ਦੀਕ ਆ ਇੱਕ ਦੂਜੇ ਦੇ ਕਿ ਇਹਨਾਂ ਦੀ ਇੰਡੀਵਿਜੂਅਲ ਫੁਟਿੰਗ ਆਪਾਂ ਨਹੀਂ ਬਣਾ ਸਕਦੇ, ਇਸ ਕਰਕੇ ਕੰਬਾਈਨ ਫੁਟਿੰਗ ਬਣਾਈ ਗਈ ਹੈ। ਠੀਕ ਹੈ, ਸੋ ਇਹ ਸੀ ਕੰਬਾਈਨ ਫੁਟਿੰਗ। ਦੈਨ ਕੈਂਟੀਲੀਵਰ ਔਰ ਸਟ੍ਰੈਪ ਫੁਟਿੰਗ. ਵੈਨ two isolated footings are connected with a structured strap, the footing is referred as strap footing. ਠੀਕ ਹੈ, ਇਹਦੇ ਤੋਂ ਆਪਾਂ ਨੂੰ ਇਹ ਸ਼ੋ ਰਿਹਾ ਜੀ ਵੀ ਦੋ ਆਈਸੋਲੇਟਿਵ ਫੁਟਿੰਗਸ ਆ। ਠੀਕ ਹੈ, ਉਹਨਾਂ ਨੂੰ ਇੱਕ ਸਟਰਕਚਰ ਸਟ੍ਰੈਪ ਨਾਲ ਕਨੈਕਟ ਕੀਤਾ ਜਾਂਦਾ ਹੈ। ਠੀਕ ਹੈ, ਉਸ ਫੁਟਿੰਗ ਨੂੰ ਆਪਾਂ ਸਟ੍ਰੈਪ ਫੁਟਿੰਗ ਕਹਿੰਦੇ ਹਾਂ। ਇਮੇਜ ਤੋਂ ਤੁਹਾਨੂੰ ਜ਼ਿਆਦਾ ਸ਼ੋ ਹੋ ਜਾਏਗਾ। ਠੀਕ ਹੈ, ਸੋ ਆਹ ਸੀਗੀਆਂ ਆਪਣੇ ਦੋ ਇੰਡੀਵਿਜੂਅਲ ਫੁਟਿੰਗਸ। ਠੀਕ ਹੈ, ਇੱਕ ਆਹ ਵਾਲੀ ਕਾਲਮ ਦੀ ਫੁਟਿੰਗ ਹੈ, ਇੱਕ ਆਹ ਵਾਲੀ ਫੁਟਿੰਗ ਹੈ। ਠੀਕ ਹੈ, ਸੋ ਇਹਨਾਂ ਨੂੰ ਦੋਵਾਂ ਨੂੰ ਕੰਬਾਈਨ ਕੀਤਾ ਗਿਆ ਵਿੱਚ ਇੱਕ ਸਟ੍ਰੈਪ ਬੀਮ ਬਣਾ ਕੇ। ਠੀਕ ਹੈ, ਸੋ ਇਸ ਫੁਟਿੰਗ ਨੂੰ ਆਪਾਂ ਸਟ੍ਰੈਪ ਫੁਟਿੰਗ ਕਹਾਂਗੇ। ਨੈਕਸਟ ਫੁਟਿੰਗ, ਮੈਟ ਫਾਊਂਡੇਸ਼ਨ. A mat foundation supports several columns and walls under the entire structure and is a large slab. A single footing for all columns is provided if several columns overlap each other and are called mat footings. ਠੀਕ ਹੈ, ਇੱਕ ਸਲੈਬ ਦੀ ਫੁਟਿੰਗ ਨੂੰ ਜਿਹਦੇ ਵਿੱਚ ਸਾਰੇ ਕਾਲਮਸ ਹੋਣ। ਠੀਕ ਹੈ, ਉਸ ਫੁਟਿੰਗ ਨੂੰ ਆਪਾਂ ਇੱਕ ਕੰਬਾਈਨ ਫੁਟਿੰਗ ਜਿਹੜੀ ਸਾਰੀ ਸਲੈਬ ਦੀ, ਕਾਲਮਸ ਦੀ, ਵਾਲਸ ਦੀ, ਠੀਕ ਹੈ, ਉਹਨੂੰ ਆਪਾਂ ਮੈਟ ਫਾਊਂਡੇਸ਼ਨ ਕਹਿ ਦਿੰਦੇ ਹਾਂ। ਠੀਕ ਹੈ, ਅਤੇ ਇਹਦੇ ਵਿੱਚ ਜਿਹੜਾ ਆ ਮਤਲਬ ਕਹਿ ਲਈਏ ਵੀ ਇੱਕ ਸਿੰਗਲ ਕਾਲਮ ਪ੍ਰੋਵਾਈਡ ਕਰਵਾਇਆ ਜਾਂਦਾ ਹੈ। ਠੀਕ ਹੈ, ਜਦੋਂ ਕਾਲਮ ਓਵਰਲੈਪ ਕਰਨ। ਠੀਕ ਹੈ, ਦੈਨ ਆਪਾਂ ਇਹਦੀ ਇਮੇਜ ਦੇਖਦੇ ਹਾਂ, ਇਮੇਜ ਤੋਂ ਜ਼ਿਆਦਾ ਸ਼ੋ ਹੋ ਜਾਏਗਾ। ਠੀਕ ਹੈ, ਸੋ ਆਹ ਵਾਲੀ ਇਮੇਜ ਦੇ ਵਿੱਚ ਦੇਖੋ ਨੀਚੇ ਸਾਰੀ ਸਲੈਬ ਦੇ ਮਤਲਬ ਰੀਇਨਫੋਰਸਮੈਂਟ ਕੀਤੀ ਗਈ ਆ। ਦੈਨ ਆਹ ਆਪਣੀ ਇੱਕ ਫੁਟਿੰਗ ਆ। ਠੀਕ ਹੈ, ਕਾਲਮ ਦੀ ਫੁਟਿੰਗ ਆ, ਆਹ ਦੂਜਾ ਕਾਲਮ, ਤੀਜਾ, ਇੱਦਾਂ ਹੀ ਸਾਰੇ ਕਾਲਮਸ ਦੀ ਫੁਟਿੰਗ ਆ। ਠੀਕ ਹੈ, ਸੋ ਜਦੋਂ ਆਪਾਂ ਇਹਨਾਂ ਨੂੰ ਕਾਸਟ ਕਰਾਂਗੇ ਤਾਂ ਆਪਾਂ ਇਹਨਾਂ ਨੂੰ ਇਕੱਠਿਆਂ ਕਾਸਟ ਕਰਾਂਗੇ। ਠੀਕ ਹੈ, ਅਤੇ ਇਹ ਸੀਗੀ ਆਪਣੀ ਮੈਟ ਔਰ ਰਾਫਟ ਫੁਟਿੰਗ। ਠੀਕ ਹੈ, ਸੋ ਇਹ ਸੀਗੀ ਆਪਣੀ ਸ਼ੈਲੋ ਫਾਊਂਡੇਸ਼ਨ ਦੀਆਂ ਸਾਰੀਆਂ ਟਾਈਪਸ। ਨੈਕਸਟ ਲੈਕਚਰ ਦੇ ਵਿੱਚ ਆਪਾਂ ਡੀਪ ਫਾਊਂਡੇਸ਼ਨ ਕਰਾਂਗੇ। ਅਗਰ ਇਸ ਵੀਡੀਓ ਦੇ ਵਿੱਚ ਕਿਤੇ ਪ੍ਰੋਬਲਮ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ।